ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਨਾਲ ਜੁੜੀਆਂ ਖਾਸ ਖਬਰਾਂ। ਸਭ ਤੋਂ ਪਹਿਲਾਂ ਸਿੱਧਾ ਰੁਖ ਕਿਸਾਨੀ ਅੰਦੋਲਨ ਦੀ ਵੱਲ ਕਰਾਂਗੇ। ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਲਗਾਤਾਰ ਦਿੱਲੀ ਦੀਆਂ ਵਰੂਹਾਂ ਦੇ ਉੱਤੇ ਜਾਰੀ ਹੈ ਤੇ ਅੱਜ ਦਾ ਦਿਨ ਕਿਸਾਨੀ ਸੰਘਰਸ਼ ਦੇ ਲਈ ਇਸ ਕਰਕੇ ਵੀ ਅਹਿਮ ਹੈ ਕਿਉਂਕਿ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਪਾਰਲੀਮੈਂਟ ਸੈਸ਼ਨ ਦੇ ਦਰਮਿਆਨ ਅੱਜ ਕਿਸਾਨੀ ਅੰਦੋਲਨ ਨੂੰ ਲੈ ਕੇ ਚਰਚਾ ਹੋਣੀ ਹੈ। इस दरम्यान विरोधी धिरां दे वल्लों विरोध किया जाना है तो बीते दिन दे विच भी विरोधी धिरां दा बड़ा तगड़ा विरोध इस दरम्यान वेखण नूं मिलिया सी क्योंकि विरोधी धिरां दे आगूआं दे वल्लों नारेबाजी की गई तो इस दरम्यान इन्हां खेती कानूनां नूं वापस लैण दी अपील भी सरकार नूं की गई है। सो अज दा दिन भी उस हंगामे दे विच दिखेगा जो हंगामा पिछले दिनों के विच वेख्या ते खास करके जदों गल खेती कानूनां दी होनी आ तां विरोधी धिरां दे वल्लों सत्ता धिर नूं घेरन दीआं कोशिशां बामिसाल हो सकती ने क्योंकि लगातार विरोधी धिर भी अपनियां तैयारियां करके पार्लीमेंट सैशन दे विच पहुंचणगीआं ते गलबात खेती कानूनां दे उत्ते पार्लीमेंट सैशन दे दौरान होएगी। सो खबर अगली दे वल वधीए तां लगातार अजिहियां तस्वीरां सामने आ रहीआं ने जो तस्वीरां हैरान कर रहीआं ने। ਇਹ ਦਿੱਲੀ ਦੇ ਬਾਰਡਰਾਂ ਦੀਆਂ ਤਸਵੀਰਾਂ ਜੋ ਤੁਸੀਂ ਲਗਾਤਾਰ ਆਪਣੀਆਂ ਸਕਰੀਨਾਂ ਦੇ ਉੱਤੇ ਵੇਖ ਰਹੇ ਹੋ। ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਦਿੱਲੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅਜਿਹੇ ਪ੍ਰਬੰਧ ਕਿਸਾਨਾਂ ਨੂੰ ਰੋਕਣ ਦੇ ਲਈ ਕੀਤੇ ਗਏ ਨੇ ਜੋ ਪ੍ਰਬੰਧ ਵੇਖ ਕੇ ਕਿਤੇ ਨਾ ਕਿਤੇ ਇਹ ਹੈਰਾਨ ਹੋ ਜਾਂਦੇ ਨੇ ਹਰ ਕੋਈ ਕਿ ਆਖਿਰਕਾਰ ਇਹ ਆਪਣੇ ਮੁਲਕ ਦੇ ਵਿੱਚ ਹੋ ਰਿਹਾ। ਜਦੋਂ ਕੰਕਰੀਟ ਦੀਆਂ ਕੰਧਾਂ ਖੜੀਆਂ ਕਰ ਦਿੱਤੀਆਂ ਗਈਆਂ ਨੇ ਤੇ ਨਾਲ ਹੀ ਕੰਡੇ ਵਾਲੀ ਤਾਰ ਦੀ ਵਰਤੋਂ ਕੀਤੀ ਜਾ ਰਹੀ ਹੈ, ਕਈ ਲੇਅਰਾਂ ਦੇ ਵਿੱਚ ਬੈਰੀਗੇਟਿੰਗ ਹੋਈ ਹੈ, ਉਸ ਤੋਂ ਬਾਅਦ ਧਰਤੀ ਨੂੰ ਪੁੱਟ ਕੇ ਸੜਕ ਨੂੰ ਪੁੱਟ ਕੇ ਉਸ ਦੇ ਵਿੱਚ ਨੁਕੀਲੇ ਸਰੀਏ ਗੱਡੇ ਗਏ ਨੇ। ਸੋ ਇਹ ਸਾਰੀਆਂ ਤਸਵੀਰਾਂ ਹਰ ਪਾਸਿਓਂ ਹੈਰਾਨ ਕਰ ਰਹੀਆਂ ਨੇ ਤੇ ਇਸ ਨੂੰ ਲੈ ਕੇ ਟਕੈਤ ਹੋਣਾ ਨੇ ਵੀ ਵੱਖਰਾ ਬਿਆਨ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਅਜਿਹੀਆਂ ਗੱਲਾਂ ਦੇ ਨਾਲ ਸਾਡੇ ਹੌਸਲੇ ਹੋਰ ਬੁਲੰਦ ਹੁੰਦੇ ਨੇ। ਸੋ ਟਕੈਤ ਹੋਣਾ ਦੇ ਵੱਲੋਂ ਐਸੀ ਸਰਹੱਦ ਦੇ ਮੂਹਰੇ ਬੈਠ ਕੇ ਇਸੇ ਬੈਰੀਗੇਟਿੰਗ ਦੇ ਮੂਹਰੇ ਬੈਠ ਕੇ ਲੰਗਰ ਛਕਿਆ ਗਿਆ ਹੈ। ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਰਕੇਸ਼ ਟਕੈਤ ਹੋਣਾ ਦੀਆਂ ਤਸਵੀਰਾਂ ਨੇ ਜਦੋਂ ਉੱਥੇ ਬੈਰੀਗੇਟਿੰਗ ਦੇ ਮੂਹਰੇ ਬੈਠ ਕੇ ਪ੍ਰਸ਼ਾਦਾ ਛਕ ਰਹੇ ਨੇ ਤੇ ਇਸੇ ਦਰਮਿਆਨ ਉਹਨਾਂ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਤੇ ਆਪਣੇ ਮਨ ਦੇ ਬਲਬਲੇ ਸਾਂਝੇ ਕਰਦੇ ਨਜ਼ਰ ਆਏ ਨੇ। ਰਕੇਸ਼ ਟਕੈਤ ਨੇ ਸਾਫ਼ ਕਹਿ ਦਿੱਤਾ ਹੈ ਕਿ ਜਾਂ ਤਾਂ ਕਾਨੂੰਨ ਵਾਪਸ ਲਓ ਤੇ ਤਾਂ ਹੀ ਅਸੀਂ ਕਿਸੇ ਫੈਸਲੇ ਦੇ ਵੱਲ ਵਧਾਂਗੇ ਤੇ ਤਾਂ ਹੀ ਇਹ ਅੰਦੋਲਨ ਖਤਮ ਹੋ ਸਕਦਾ ਹੈ। ਉਧਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਲੀਗਲ ਸੈੱਲ ਨੂੰ ਲੈ ਕੇ ਖਾਸ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਲਾਪਤਾ ਹੋਏ ਨੌਜਵਾਨਾਂ ਦੇ ਲਈ ਅਤੇ ਖਾਸ ਕਰਕੇ ਹਿਰਾਸਤ ਦੇ ਵਿੱਚ ਲਏ ਨੌਜਵਾਨਾਂ ਦੇ ਲਈ ਅਹਿਮ ਐਲਾਨ ਕੀਤੇ ਗਏ ਨੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ। ਸਾਨੂੰ ਸਾਰਿਆਂ ਨੂੰ ਉਹਨਾਂ ਨਾਲ ਬੜੀ ਹਮਦਰਦੀ ਹੈ ਜਿਨ੍ਹਾਂ ਨੇ ਇਸ ਤਰ੍ਹਾਂ ਬੇਦੋਸ਼ੇ ਨੌਜਵਾਨਾਂ ਤੇ ਪੁਲਿਸ ਨੇ ਧੱਕਾ ਵੀ ਕੀਤਾ ਔਰ ਪਰਚੇ ਦਰਜ ਕੀਤੇ। ਸੋ ਇਸ ਦੀ ਪੈਰਵਾਈ ਕਰਨ ਲਈ ਸੰਯੁਕਤ ਕਿਸਾਨ ਮੋਰਚਾ ਵੱਲੋਂ ਇੱਕ ਲੀਗਲ ਟੀਮ ਦਾ ਕੱਲ੍ਹ ਗਠਨ ਕੀਤਾ ਗਿਆ। ਤਾਂ ਉਹ ਲੀਗਲ ਟੀਮ ਦੇ ਮੈਂਬਰ ਮੈਂ ਪ੍ਰੇਮ ਸਿੰਘ ਭੰਗੂ ਜਿਹੜਾ ਇਸ ਟੀਮ ਦਾ ਕਨਵੀਨਰ ਬਣਾਇਆ ਗਿਆ, ਮੈਨੂੰ ਮੇਰੇ ਖੱਬੇ ਪਾਸਿਓਂ ਬੀਬੀ ਰਵਿੰਦਰ ਕੌਰ, ਸਰ ਕਮਲਜੀਤ ਸਿੰਘ, ਇੰਦਰਜੀਤ ਸਿੰਘ, ਰਜਿੰਦਰ ਸਿੰਘ, ਦੀਪ ਸਿੰਘ ਵਾਲਾ ਤੇ ਹਰਪਾਲ ਸਿੰਘ ਤੇ ਵਿਕਾਸ ਈਸ਼ਰ, ਇਹ ਲੀਗਲ ਟੀਮ ਦੇ ਅਸੀਂ ਮੈਂਬਰ ਹਾਂ ਜੋ ਅੱਜ ਅਸੀਂ ਇਸ ਮਸਲੇ ਨੂੰ ਟੇਕ ਕਰਨ ਦੇ ਲਈ ਦਿੱਲੀ ਚੀਫ ਮਿਨਿਸਟਰ ਅਰਵਿੰਦ ਕੇਜਰੀਵਾਲ, ਉਹਨਾਂ ਦੇ ਨਾਲ ਉਹਨਾਂ ਦੇ ਹੋਮ ਮਿਨਿਸਟਰ ਮਿਸਟਰ ਸਤਿੰਦਰ ਜੈਨ ਤੇ ਜੋ ਜਲ ਸੰਚਾਰ ਮੰਤਰੀ ਨੇ ਰਾਘਵ ਚੱਡਾ ਜੀ ਤੇ ਉਹਨਾਂ ਦੇ ਨਾਲ ਡਾਕਟਰ ਬਲਵੀਰ ਸਿੰਘ ਪਟਿਆਲਾ, ਅਸੀਂ ਉਹਨਾਂ ਨੂੰ ਸਾਡਾ ਲੀਗਲ ਟੀਮ ਦਾ ਵਫਦ ਮਿਲਿਆ ਔਰ ਜੋ ਕੁਝ ਦਿੱਲੀ ਦੇ ਵਿੱਚ ਹੋਇਆ ਬੜੀ ਡੂੰਘੀ ਸਾਜ਼ਿਸ਼ ਦੀ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਇੱਕ ਖਾਸ ਤਰ੍ਹਾਂ ਦਾ ਫਿਰਕੂ ਨਫ਼ਰਤ ਫੈਲਾਉਣ ਦੇ ਲਈ, ਇੱਕ ਖਾਸ ਤਰ੍ਹਾਂ ਦੀ ਫਿਰਕੂ ਡਿਵਾਈਡ ਪੈਦਾ ਕਰਨ ਦੇ ਲਈ ਇਸ ਮੋਰਚੇ ਨੂੰ ਸੱਟ ਮਾਰਨ ਲਈ ਜੋ ਕੀਤਾ ਗਿਆ ਉਸ ਬਾਰੇ ਅਸੀਂ ਆਪਣਾ ਕੰਸਰਨ ਹੈ ਜੋ ਚੀਫ ਮਿਨਿਸਟਰ ਕੋਲ ਰੱਖਿਆ ਔਰ ਇਹ ਮੰਗ ਕੀਤੀ ਕਿ ਐਡੀ ਵੱਡੀ ਸਾਜ਼ਿਸ਼ ਦਾ ਪਰਦਾ ਫਾਸ਼ ਕਰਨ ਦੇ ਲਈ ਔਰ ਜੋ ਬੇਦੋਸ਼ੇ ਲੋਕ ਨੇ ਉਹਨਾਂ ਦੇ ਖਿਲਾਫ ਝੂਠੇ ਪਰਚੇ ਦਰਜ ਹੋਏ। ਬਹੁਤ ਲੋਕ ਜੇਲ੍ਹਾਂ ਦੇ ਵਿੱਚ ਨੇ, ਬਹੁਤ ਲੋਕ ਅਜੇ ਜਿਹੜੇ ਟਰੇਸ ਨਹੀਂ ਹੋਏ, ਹੋ ਸਕਦਾ ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਹੋਣ, ਹੈ ਵੀ ਨੇ। ਅਸੀਂ ਉਹ ਸਾਰੀਆਂ ਗੱਲਾਂ ਉਹਨਾਂ ਕੋਲ ਰੱਖੀਆਂ ਨੇ। ਉਧਰ ਪੰਜਾਬ ਦੇ ਵਿੱਚ ਬੀਤੇ ਦਿਨੀ ਸਰਬ ਪਾਰਟੀ ਬੈਠਕ ਹੋਈ ਹੈ ਜਿਸ ਬੈਠਕ ਦੇ ਵਿੱਚ ਵੱਡੇ ਅਹਿਮ ਐਲਾਨ ਕੀਤੇ ਗਏ ਨੇ। ਇਹ ਐਲਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਹੋਈ ਸਰਬ ਪਾਰਟੀ ਬੈਠਕ ਤੋਂ ਬਾਅਦ ਹੋਏ ਨੇ ਜਿਸ ਦੇ ਵਿੱਚੋਂ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਵੱਲੋਂ ਬਾਈਕਾਟ ਕੀਤਾ ਗਿਆ। ਇਸ ਸਰਬ ਪਾਰਟੀ ਬੈਠਕ ਦੇ ਵਿੱਚ ਹਾਲਾਂਕਿ ਸ਼ੁਰੂਆਤੀ ਦੌਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ, ਹਰਪਾਲ ਚੀਮਾ ਦੇ ਸਮੇਤ ਅਮਨ ਅਰੋੜਾ ਨਜ਼ਰ ਆਏ ਪਰ ਅਖੀਰਲੇ ਦੌਰ ਦੇ ਵਿੱਚ ਉਹਨਾਂ ਦੇ ਵੱਲੋਂ
ਬਾਈਕਾਟ ਕਰ ਦਿੱਤਾ ਗਿਆ। ਪਰ ਇਸ ਸਾਰੀ ਸਰਬ ਪਾਰਟੀ ਬੈਠਕ ਦੇ ਦੌਰਾਨ ਬੜੀਆਂ ਅਹਿਮ ਗੱਲਾਂ ਦੇ ਐਲਾਨ ਕਰਨ ਦੇ ਵੱਲ ਸਰਕਾਰ ਵਧੀ ਹੈ। ਗੱਲਾਂ ਬਾਤਾਂ ਸੁਣਾਉਂਦੇ ਕਿ ਆਖਿਰਕਾਰ ਇਸ ਦਰਮਿਆਨ ਹੋਇਆ ਕੀ ਹੈ। ਵੱਖ-ਵੱਖ ਸਿਆਸੀ ਬਿਆਨ ਨੇ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਗੱਲਬਾਤ ਵੀ ਸੁਣਾਵਾਂਗੇ ਕਿ ਆਖਿਰਕਾਰ ਕਿਸ ਵਜ੍ਹਾ ਦੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਵਾਕਆਊਟ ਕੀਤਾ ਗਿਆ। ਅੱਜ ਸਰਬ ਪਾਰਟੀ ਮੀਟਿੰਗ ਜਿਹੜੀ ਬੁਲਾਈ ਸੀ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ ਕਿ ਜਿਹੜੇ ਕੇਸ ਕਿਸਾਨਾਂ ਤੇ ਬਣੇ ਨੇ, ਆਮ ਲੋਕਾਂ ਦੇ ਬੜੇ ਨੇ, ਉਹਨਾਂ ਨੂੰ ਕੇਸ ਵਾਪਸ ਲਏ ਜਾਣ ਤੇ ਲੋਕ ਰਿਹਾ ਕੀਤੇ ਜਾਣ। ਉਹਦੇ ਸੰਬੰਧੀ ਖਾਸ ਤੌਰ ਤੇ ਜਿਹੜੀਆਂ ਦੋ ਘਟਨਾਵਾਂ ਵਾਪਰੀਆਂ 26 ਤਰੀਕ ਨੂੰ ਮੰਦਭਾਗੀ ਘਟਨਾ ਵਾਪਰੀ ਤੇ ਇੱਕ ਕੁਝ ਲੋਕਾਂ ਨੇ ਗੁੰਡਾਗਰਦੀ ਕੀਤੀ ਸ਼ਾਂਤਮਈ ਧਰਨਾਕਾਰੀਆਂ ਤੇ। ਇਹਦੇ ਪਿੱਛੇ ਕਿਹਦਾ ਹੱਥ ਆ, ਕੌਣ ਜ਼ਿੰਮੇਵਾਰ ਨੇ? ਅਸੀਂ ਮੰਗ ਕੀਤੀ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਕੋਈ ਇੱਕ ਜਾਂਚ ਕਮਿਸ਼ਨ ਜਿਹੜਾ ਹੈ ਭਾਵੇਂ ਪੰਜਾਬ ਸਰਕਾਰ ਬਣਾਵੇ ਭਾਵੇਂ ਕੇਂਦਰ ਸਰਕਾਰ ਤੋਂ ਮੰਗ ਕਰੀਏ ਕਿ ਤਾਂ ਕਿ ਪਤਾ ਤਾਂ ਚੱਲੇ ਵੀ ਇਹਦੇ ਪਿੱਛੇ ਕੌਣ ਆ, ਕੀ ਮਨਸ਼ਾ, ਤਾਂ ਕਿ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਉਹ ਸਾਹਮਣੇ ਆ ਸਕਣ, ਅੱਗੇ ਨੂੰ ਇਹ ਘਟਨਾਵਾਂ ਨਾ ਵਾਪਰ। ਔਰ ਅਸੀਂ ਧੰਨਵਾਦ ਵੀ ਕਰਦੇ ਹਾਂ ਮਾਨਯੋਗ ਮੁੱਖ ਮੰਤਰੀ ਜੀ ਦਾ, ਜਿਹੜਾ ਅਸੀਂ ਸੁਝਾਅ ਦਿੱਤਾ ਰੈਜ਼ੋਲੂਸ਼ਨ ਦੇ ਵਿੱਚ ਕਿ ਜਿਸ ਤਰੀਕੇ ਨਾਲ ਸੂਬਿਆਂ ਦੇ ਅਧਿਕਾਰ ਖੇਤਰ ਖੋਏ ਜਾ ਰਹੇ ਨੇ ਤੇ UAP ਦਾ ਦੁਰਵਰਤੋਂ ਹੋ ਰਹੀ ਆ ਰਾਜਸੀ ਵਿਰੋਧੀਆਂ ਨੂੰ ਦਬਾਉਣ ਲਈ, ਉਹ ਇੱਕ ਖਤਰਨਾਕ ਖੇਡ ਆ। ਔਰ ਇਹ ਜਿਹੜਾ ਸੂਬਿਆਂ ਦੇ ਅਧਿਕਾਰ ਖੇਤਰ ਖੋਏ ਜਾ ਰਹੇ ਨੇ, ਇਹਨੂੰ ਰੋਕਣਾ ਚਾਹੀਦਾ। ਕਿ 3 ਸਾਡੇ ਵਰਕਰ ਜਿਹੜੇ ਆ ਉਹਨਾਂ ਤੇ ਗੋਲੀ ਲੱਗੀ, ਉਹ ਅਸੀਂ ਬੜੀ ਜ਼ੋਰ ਸ਼ੋਰ ਨਾਲ ਮੁੱਖ ਮੰਤਰੀ ਸਾਹਿਬ ਕੋਲ ਉਠਾਇਆ ਕਿ ਅਸੀਂ ਦਿੱਲੀ ਵਾਲਿਆਂ ਨੂੰ ਕੀ ਕਵਾਂਗੇ, ਉਹ ਸਾਡਾ ਜਿਹੜਾ ਹੈ ਕੀ ਪ੍ਰਭਾਵ ਲੈਣਗੇ ਕਿ ਇੱਥੇ ਡੈਮੋਕ੍ਰੈਟਿਕ ਪ੍ਰੋਸੈਸ ਨੂੰ ਮਜ਼ਬੂਤ ਕਰਨ ਵਾਸਤੇ ਆਪਾਂ ਇਕੱਠੇ ਹੋਏ ਹਾਂ ਕਿ ਉੱਥੇ ਜਿਹੜਾ ਅਨਡੈਮੋਕ੍ਰੈਟਿਕ ਕੰਮ ਹੋ ਰਿਹਾ ਉਹਦੇ ਖਿਲਾਫ ਅਸੀਂ ਸਾਰੇ ਇਕਜੁੱਟ ਹੋਣ ਵਾਸਤੇ ਇਕੱਠੇ ਹੋਏ ਹਾਂ। ਤੇ ਸਾਡੇ ਜਿਹੜੀ ਡੈਮੋਕ੍ਰੇਸੀ ਆ ਇਹਨੂੰ ਜੜ ਤੋਂ ਖਤਮ ਕਰਿਆ ਜਾ ਰਿਹਾ ਕਿ ਇੱਕ ਸਟੇਟ ਦੇ ਪ੍ਰੈਜ਼ੀਡੈਂਟ ਦੀ ਹਾਜ਼ਰੀ ਦੇ ਵਿੱਚ ਜਿਹੜੀ ਆ ਉੱਥੇ ਜਿਹੜਾ ਕਿ ਆਪ STM ਕੋਲੋਂ ਟਾਈਮ ਲੈ ਕੇ, ਕਿਉਂਕਿ ਕੱਲ ਨੋਮੀਨੇਸ਼ਨ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਦਾਖਲ ਨਹੀਂ ਕਰਾਉਣ ਦਿੱਤੇ ਗਏ, ਇਸ ਕਰਕੇ ਉਹ ਆਪ ਜਿਹੜੇ ਆ ਟਾਈ ਅਪ ਕਰਕੇ STM ਦੇ ਨਾਲ ਉੱਥੇ ਗਏ। ਔਰ ਐਡੀ ਸ਼ਰਮ ਵਾਲੀ ਗੱਲ ਹੈ ਕਿ ਸਾਡੇ ਵਰਕਰ ਜ਼ਖਮੀ ਹੋਏ, ਵੀ ਤੁਸੀਂ ਕਿਹੜੀ ਡੈਮੋਕ੍ਰੇਸੀ ਜਿਹੜੀ ਹੈ ਆਪਾਂ ਦੂਜਿਆਂ ਨੂੰ ਦਿਖਾਵਾਂਗੇ। ਤੇ ਹੁਣ ਗੱਲਬਾਤ ਆਮ ਆਦਮੀ ਪਾਰਟੀ ਦੀ ਸੁਣਾਉਂਦੇ ਹਾਂ ਕਿ ਆਖਿਰਕਾਰ ਉਹਨਾਂ ਦੇ ਵੱਲੋਂ ਇਸ ਪਾਰਟੀ ਦੇ ਅਖੀਰਲੇ ਦੌਰ ਦੇ ਵਿੱਚ ਵਾਕਆਊਟ ਕਿਉਂ ਕੀਤਾ ਗਿਆ। हमारी मांग थी, बड़ी स्पष्ट मांग थी कि इस रेजोल्यूशन में जो रेजोल्यूशन कैप्टन साहब सरकार पा रही थी ऑल पार्टी मीटिंग में, उसमें 2 हमारी मांगे थी। फर्स्ट मांग थी हमारी कि सबसे पहले उसमें ये डिक्लेयर किया जाए कि फलानी तारीख तक एक टाइम बाउंड किया जाए कि फलानी तारीख तक हम देश के प्रधानमंत्री को मिलेंगे, देश के होम मिनिस्टर को मिलेंगे, वहाँ जाके किसानों की मांग रखेंगे। और दूसरा, यदि वो टाइम नहीं देते, यदि वो हमको टाइम नहीं देते, पंजाब को टाइम नहीं देते, CM साहब को टाइम नहीं देते, तो ये भी डिक्लेयर किया जाए कि उसके बाद हम 5 दिन बाद, 6 दिन बाद, 7 दिन बाद हम उनके घर पे धरने पे जाएंगे और सभी पार्टियां आपका साथ देंगी। इससे कैप्टन साहब ने टाल मटोल किया, क्योंकि कैप्टन साहब की नीयत में खोट है। कैप्टन साहब ने पहले भी ये रेजोल्यूशन पाया था, उस वक्त भी कैप्टन साहब अपने पाए हुए रेजोल्यूशन से सर्व पार्टी मीटिंग की उन्होंने तौहीन की, तब भी वो जो है देश के प्रधानमंत्री के पास नहीं गए, देश के राष्ट्रपति के पास नहीं गया। और उसके बाद दूसरी सेकंड हमारी मांग थी कि पंजाब के किसानों को, पंजाब के किसान जो चाहे वो सिंघू बॉर्डर पे हों, चाहे वो टिकरी बॉर्डर पे हों, वहाँ उनको सिक्योरिटी प्रोवाइड की जानी चाहिए। सिक्योरिटी क्यों प्रोवाइड की जानी चाहिए? क्योंकि जब पंजाब के MLAs को, पंजाब के मेंबर पार्लियामेंट को या पंजाब के जो दूसरे अधिकारी हैं उनको पंजाब सरकार अपनी सिक्योरिटी दे के दिल्ली या और भेज सकती है, तो पंजाब का किसान भी तो पंजाब का ही है, किसान या खेत मजदूरी पंजाब का, या उनको सिक्योरिटी क्यों नहीं? इस पे भी कैप्टन साहब ने डिनाई कर दिया। सो दोनों बातों के लेके हमने इस मीटिंग का जो है वॉकआउट किया है। और हमारी स्पष्ट हो गई है, अभी भी चल रही है मीटिंग चल रही है। मीटिंग में रेजोल्यूशन जो सरकार ने बनाया वो पढ़ा जा रहा है। हमारी बड़ी स्पष्ट दोनों मांगों पे हमने वॉकआउट किया है और बहुत सारी मांगों पे हमने उनका समर्थन भी किया है। और किसान आंदोलन के हम साथ हैं। हमने बोला है जब तक काले कानून होंगे तो हम साथ करें, पर लेकिन 2 चीज़ों का डिक्लेयर किया जाए। लेकिन पंजाब के मुख्यमंत्री ने कोई ध्यान नहीं दिया। ਉਧਰ ਬੀਤੇ ਦਿਨੀ ਜਲਾਲਾਬਾਦ ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਉੱਤੇ ਕੁਝ ਲੋਕਾਂ ਦੇ ਵੱਲੋਂ ਹਮਲਾ ਕੀਤਾ ਗਿਆ ਸੀ, ਜਿਸ ਹਮਲੇ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਤੁਰੰਤ ਪ੍ਰਭਾਵ ਦੇ ਨਾਲ ਕਾਰਵਾਈ ਕੀਤੀ ਗਈ, ਜਿਸ ਕਾਰਵਾਈ ਦੇ ਦੌਰਾਨ ਇੱਕ ਵਿਧਾਇਕ ਸਮੇਤ ਉਸ ਦੇ ਸੁਪੁੱਤਰ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ। ਇਸ ਸਬੰਧ ਦੇ ਵਿੱਚ ਪੁਸ਼ਟੀ ਖੁਦ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਕੀਤੀ ਗਈ ਆ। ਸੁਖਵੀਰ ਬਾਦਲ ਦੀ ਗੱਲਬਾਤ ਸੁਣਾਉਂਦੇ ਆ ਤੇ ਇਸ ਨੂੰ ਲੈ ਕੇ ਸਿਆਸਤ ਪੱਖੀ ਆ, ਵੱਖ-ਵੱਖ ਸਿਆਸੀ ਆਗੂਆਂ ਦੇ ਬਿਆਨ ਨੇ, ਉਹ ਵੀ ਇਸ ਸਾਰੀ ਘਟਨਾ ਦੇ ਉੱਤੇ ਸੁਣਾਉਂਦੇ ਆ। ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਕਾਗਜ਼ ਦਾਖਲ ਕਰਨ ਵਾਸਤੇ ਜਲਾਲਾਬਾਦ ਆਏ, ਬੜੇ ਦੁੱਖ ਨਾਲ ਕਹਿਣਾ ਪੈਂਦਾ
ਕਿ ਪ੍ਰਸ਼ਾਸਨ ਪੁਲਿਸ ਦਾ ਪਹਿਲਾ ਪਲਾਨ ਸੀ ਕਿ ਅਸੀਂ ਇਹ ਕਾਗਜ਼ ਦਾਖਲ ਨਹੀਂ ਹੋਣ ਦੇਣੇ। ਮੈਂ ਐਸਐਸਪੀ ਸਾਹਿਬ ਨਾਲ ਪਹਿਲੇ ਗੱਲ ਕੀਤੀ, ਐਸਡੀਐਮ ਨਾਲ ਵੀ ਗੱਲ ਕੀਤੀ, ਸਾਨੂੰ ਟਾਈਮ ਦਿੱਤਾ ਗਿਆ, ਪਰ ਉਹਨਾਂ ਦੇ ਮਨ 'ਚ ਖੋਟ ਸੀ। ਜਦੋਂ ਮੈਨੂੰ ਤੇ ਮੇਰੇ ਨਾਲ ਜਿਹੜੇ ਨੁਮਾਇੰਦੇ ਸੀ, ਆਪਣੇ ਉਮੀਦਵਾਰ ਸੀ, ਉਹਨਾਂ ਨੂੰ ਲਿਆਂਦੇ ਗਏ ਪਲਾਨ ਨਾਲ। ਸਾਨੂੰ ਜਦੋਂ ਅੰਦਰ ਗਏ, ਜਿਹੜਾ ਇੱਥੋਂ ਦਾ ਕਾਂਗਰਸ ਦਾ ਐਮਐਲਏ ਆਮਲਾ ਤੇ ਉਹਦਾ ਬੇਟਾ ਜਤਨ ਤੇ ਨਾਲ ਆਪਣੇ ਗੁੰਡੇ ਲਿਆ ਕੇ ਦਫ਼ਤਰ ਦੇ ਸਾਹਮਣੇ ਜਿੱਥੇ ਕਾਗਜ਼ ਦਾਖਲ ਹੋਣੇ ਸੀ ਉੱਥੇ ਹਮਲਾ ਕਰਾਇਆ। ਤੇ ਹੁਣ ਕਾਂਗਰਸ ਦੇ ਸੰਸਥਾ ਦੀ ਗੱਲਬਾਤ ਸੁਣਾਉਂਦੇ ਆ। ਗੁਰਜੀਤ ਔਜਲਾ ਤੇ ਰਵਨੀਤ ਬਿੱਟੂ ਨੇ ਸਾਰੀ ਘਟਨਾ ਦੀ ਨਿੰਦਾ ਕੀਤੀ ਹੈ ਤੇ ਨਾਲ ਹੀ ਉਹਨਾਂ ਦਾ ਕਹਿਣਾ ਸੀ ਕਿ ਇਸ ਮਾਮਲੇ ਦੇ ਵਿੱਚ ਹਰ ਤਰ੍ਹਾਂ ਦੀ ਜਾਂਚ ਪੜਤਾਲ ਨਿਆਂ ਦੇ ਵੱਲ ਧਿਆਨ ਦਿੱਤਾ ਜਾਏਗਾ। ਕੀ ਕੁਝ ਕਹਿ ਰਹੇ ਨੇ ਰਵਨੀਤ ਬਿੱਟੂ ਅਤੇ ਗੁਰਜੀਤ ਔਜਲਾ, ਸੁਣਦੇ। ਦੇਖੋ, ਉਹਨਾਂ ਨੇ ਆਰੋਪ ਲਾਇਆ, ਹੁਣ ਆਰੋਪ ਪ੍ਰਤੀ ਆਰੋਪ ਤੇ ਚੱਲਦੇ ਹੁੰਦੇ ਆ। ਉਹ ਮੇਰਾ ਖਿਆਲ ਹੈ, ਮੈਂ ਤੇ ਦੇਖੀ ਨਹੀਂ ਉਹ ਲੀਡ। ਜੇ ਉਹਨਾਂ ਲੀਡ ਦਿੱਤੀ ਹੈ ਤਾਂ ਉਹ ਆਪਣੇ ਕਾਨੂੰਨ ਵਾਸਤੇ ਦੇ ਦੇਣ ਉਹਨਾਂ ਨੂੰ, ਪੁਲਿਸ ਨੂੰ, ਉਹਦੇ ਤੇ ਗੱਲ ਕਰ ਲੈਣ, ਪੁਲਿਸ ਦੇ ਨਾਲ ਕਰ ਲੈਣ। ਪਰ ਮੇਰਾ ਖਿਆਲ ਨਹੀਂ, ਕਿਉਂਕਿ ਆਮਲਾ ਪਰਿਵਾਰ ਦਾ ਉਹਨਾਂ ਦਾ ਵੀ ਬੜਾ ਵਧੀਆ ਵਾ। ਕੋਈ ਇਹੋ ਜਿਹੇ ਇਸ ਬਿਰਤੀ ਵਾਲੇ ਤੇ ਹੈ ਨਹੀਂ ਕਿ ਉਹਨਾਂ ਨੇ ਕੋਈ ਪਿੱਛੇ ਕੋਈ ਇਹੋ ਜਿਹਾ ਰਿਕਾਰਡ ਹੋਵੇ ਕਿ ਉਹ ਮਾੜਾ ਕੋਈ ਕੰਮ ਕਰ ਰਹੇ ਆ। ਕਿਉਂਕਿ ਆਵਲੇ ਦਾ ਆਪਣਾ ਵੀ ਇੱਕ ਮੌਜੂਦ ਦਾ ਪ੍ਰਧਾਨ ਵੀ ਰਿਹਾ ਆ, ਹੁਣ ਐਮਐਲਏ ਵੀ ਮੌਜੂਦ ਆ। ਮੇਰਾ ਨਹੀਂ ਖਿਆਲ, ਕਿਉਂਕਿ ਉਹਦੇ ਮੁੰਡੇ ਨੂੰ ਤੇ ਮੈਂ ਵੀ ਦੇਖਿਆ, ਜਾਣਦਾ ਆ, ਇਲੈਕਸ਼ਨ 'ਚ ਰਹੇ ਉਹਨਾਂ ਦੇ ਨਾਲ। ਕੋਈ ਉਹਦੇ ਵਿਚਾਰੇ ਦੀ ਤੇ ਇਹੋ ਜਿਹੀ ਭਾਵਨਾ ਵਾਲਾ ਬੰਦਾ ਨਹੀਂ ਹੈਗਾ। ਬਾਕੀ ਜੇ ਕੋਈ ਗੱਲ ਸਹੀ ਹੈ ਤੇ ਪੁਲਿਸ ਨੂੰ ਸਹੀ ਜਾਣਕਾਰੀ ਦੇਣ, ਕੋਈ ਡਾਇਰੈਕਸ਼ਨ ਬਦਲਣ ਦੀ ਕੋਸ਼ਿਸ਼ ਨਾ ਕਰਨ। ਦੇਖੋ, ਸਭ ਤੋਂ ਪਹਿਲਾਂ ਮੈਂ ਇਸ ਘਟਨਾ ਨੂੰ, ਦੁਰਘਟਨਾ ਨੂੰ ਕੰਡੈਮ ਕਰਦਾ। ਜਿੰਨੇ ਸ਼ਬਦਾਂ 'ਚ, ਕੜਿਆਂ 'ਚ ਇਹਦੀ ਨਿੰਦਾ ਕੀਤੀ ਜਾਵੇ ਉਹ ਥੋੜੀ ਆ, ਕਿਉਂਕਿ ਲੋਕਤੰਤਰ 'ਚ, ਡੈਮੋਕ੍ਰੇਸੀ 'ਚ ਇਸ ਵਾਇਲੈਂਸ ਦੀ ਕਿਤੇ ਵੀ ਕੋਈ ਜਗ੍ਹਾ ਨਹੀਂ ਗੀ। ਤੇ ਉਹ ਵੀ ਇੱਕ ਪਾਰਟੀ ਪ੍ਰੈਜ਼ੀਡੈਂਟ ਜਿਹਦੇ ਉੱਤੇ ਇਹ ਗੱਲ ਹੋਈ ਆ, ਇਹ ਬਹੁਤ ਮਾੜੀ ਗੱਲ ਆ। ਦੇਖੋ, ਉਹ ਵੀ ਇੱਕ ਪੰਜਾਬ ਦੇ ਲੀਡਰ ਆ, ਹਮਲਾ ਕਰਨ ਵਾਲੇ ਵੀ ਪੰਜਾਬ ਦੇ ਬੰਦੇ ਨੇ। ਇਹ ਕਿੱਡੀ ਸ਼ੋਭਾ ਦਿੰਦੀ ਹੈ ਗੱਲ, ਤੇ ਦੂਜਿਆਂ ਨੂੰ ਮਖੌਲ ਕਰਨ ਦਾ ਮੌਕਾ ਮਿਲਦਾ। ਤੇ ਉਹਨਾਂ ਨਾਲ Z+ ਸਿਕਿਉਰਿਟੀ ਆ। ਜੇ ਖੁਦਾ ਨਾ ਖਾਸਾ ਬਾਈ ਚਾਂਸ ਉਹ ਫਾਇਰ ਖੋਲ ਦਿੰਦੇ ਤਾਂ ਨੁਕਸਾਨ ਕਿਹਦਾ ਹੁੰਦਾ? ਕਿਹਦਾ ਨੁਕਸਾਨ ਹੁੰਦਾ? ਸਾਡੇ ਬੱਚਿਆਂ ਦਾ ਨੁਕਸਾਨ ਹੁੰਦਾ। ਉਹ ਤਾਂ ਬਹੁਤ ਵੱਡੀ ਜਿਹੜੀ ਸਿਆਣਪ ਕੀਤੀ ਆ ਸਿਕਿਉਰਿਟੀ ਨੇ, ਜਿਹੜਾ ਇਹੋ ਜਿਹੀ ਕੋਈ ਦੁਰਘਟਨਾ ਨਹੀਂ ਵਾਪਰੀ। ਦੇਖੋ, ਸਭ ਤੋਂ ਪਹਿਲਾਂ ਗੱਲ ਹੈ, ਜਿੱਥੇ ਜੋ ਕੁਝ ਵੀ ਉੱਥੇ ਵਾਪਰਿਆ, ਬਹੁਤ ਹੀ ਮੈਂ ਸਮਝਦਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਜਾਂਚ ਹੋ ਕੇ ਜਿਹੜੇ ਲੋਕ ਹੈ ਜਿਨ੍ਹਾਂ ਨੇ ਵੀ ਉਸ ਕਿਸਮ ਦੀ ਉੱਥੇ ਵਾਇਲੈਂਸ ਕੀਤੀ ਹੈ, ਉਹਨਾਂ ਤੇ ਬਣਦੀ ਕਾਰਵਾਈ, ਇਰਰਿਸਪੈਕਟਿਵ ਆਫ ਹੂ ਦੇ ਆਰ, ਜੋ ਕੋਈ ਵੀ ਹੈ ਉਸੇ ਤੇ ਕਾਰਵਾਈ ਹੋਣੀ ਚਾਹੀਦੀ ਹੈ। ਪਰ ਦੂਜੀ ਗੱਲ ਇੱਕ ਜਿਹੜੀ ਸਾਹਮਣੇ ਆ ਰਹੀ ਹੈ, ਕਿਉਂਕਿ ਮੇਰਾ ਮੰਨਣਾ ਸੀਗਾ ਸਰਦਾਰ ਸੁਖਬੀਰ ਸਿੰਘ ਬਾਦਲ ਅੱਜ ਪਾਰਲੀਮੈਂਟ ਦੇ ਅੰਦਰ, ਕਿਉਂਕਿ ਅਹਿਮ ਬਹਿਸ ਹੈ, ਭਗਵੰਤ ਮਾਨ ਵੀ ਉੱਠ ਕੇ ਗਏ, ਕਹਿੰਦੇ ਮੈਂ 4 ਵਜੇ ਜਾ ਕੇ ਬਹਿਸ 'ਚ ਹਿੱਸਾ ਲੈਣਾ ਹੈ। ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਜਗ੍ਹਾ ਇੱਥੇ ਬਣਦੀ ਸੀ, ਕਿਉਂਕਿ ਬਹੁਤ ਹੀ ਅਹਿਮ ਜਿਹੜਾ ਮੁੱਦਾ ਹੈ ਉਹਦੇ ਤੇ ਕਿਉਂ ਉੱਥੇ ਗਏ, ਕੀ ਜਾ ਕੇ ਕਿਸ ਕਿਸਮ ਦੀ ਮਾਹੌਲ ਬਣਿਆ ਉੱਥੇ। ਮੈਂ ਸਮਝਦਾ ਵੀ ਜੇ ਸ਼ਾਇਦ ਇੰਨਾ ਇਸ ਨੂੰ ਨਾ ਪਕਾਇਆ ਜਾਂਦਾ, ਸ਼ਾਇਦ ਇਸ ਤਰ੍ਹਾਂ ਦੇ ਹਾਲਾਤ ਹੀ ਨਹੀਂ ਬਣਦੇ। ਪਰ ਮੈਂ ਉਹਨਾਂ ਨੂੰ ਵੀ, ਅਕਾਲੀ ਦਲ ਦੇ ਲੀਡਰਸ਼ਿਪ ਨੂੰ ਵੀ ਤੇ ਦੂਜਿਆਂ ਨੂੰ ਵੀ, ਸਾਰਿਆਂ ਨੂੰ, ਕਿਸੇ ਆਦਮੀ ਨੂੰ ਪੰਜਾਬ ਦਾ ਮਾਹੌਲ ਤੇ ਖਾਸ ਤੌਰ ਤੇ ਮਿਊਨਿਸਪਲ ਕਮੇਟੀਜ਼ ਦੇ ਜਿਹੜੇ ਇਲੈਕਸ਼ਨ ਹੁਣ ਚੱਲ ਰਹੇ ਹੈ, ਉਹਨਾਂ ਨੂੰ ਖਰਾਬ ਕਰਨ ਦੀ ਇਜਾਜ਼ਤ ਬਿਲਕੁਲ ਨਹੀਂ ਮਿਲੂਗੀ, ਕੋਈ ਵੀ ਹੈ। ਅੱਜ ਵੀ ਕਈ ਅਕਾਲੀ ਸਾਥੀਆਂ ਦਾ ਪ੍ਰੋਫੈਸਰ ਚੰਦੂ ਮਾਜਰਾ ਜੀ ਨੇ ਕਿਹਾ ਸੀਗਾ ਵੀ ਇਹ ਮਿਊਨਿਸਪਲ ਇਲੈਕਸ਼ਨ ਜਿਹੜੇ ਹੈ ਪੋਸਟਪੋਨ ਕਰਾ ਲੈਣੇ ਚਾਹੀਦੇ ਹੈ ਇਸ ਕਿਸਾਨ ਸੰਘਰਸ਼ ਦੇ ਮੱਦੇਨਜ਼ਰ। ਮੇਰੀ ਉਹਨਾਂ ਨੂੰ ਬੇਨਤੀ ਸੀ, ਮੈਂ ਕਿਹਾ ਜੀ ਆਪਾਂ ਜੇ ਇਹ ਜਿਹਾ ਕੋਈ ਕਰ ਦਾਂਗੇ ਤੇ ਆਪਾਂ ਬੀਜੇਪੀ ਦੀ ਚਾਲ ਦੇ ਸ਼ਿਕਾਰ ਹੋ ਜਾਾਂਗੇ। ਉਧਰ ਸੁਖਬੀਰ ਬਾਦਲ ਦੇ ਉੱਤੇ ਹਮਲੇ ਦੇ ਮਾਮਲੇ ਦੇ ਵਿੱਚ ਅਕਾਲੀ ਦਲ ਦਾ ਇੱਕ ਵਫਦ ਚੋਣ ਕਮਿਸ਼ਨ ਨੂੰ ਜਾ ਕੇ ਮਿਲਿਆ, ਜਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਦਲਜੀਤ ਸਿੰਘ ਚੀਮਾ ਹਾਜ਼ਰ ਰਹੇ ਨੇ ਤੇ ਉਹਨਾਂ ਦੇ ਵੱਲੋਂ ਚੋਣ ਕਮਿਸ਼ਨ ਨੂੰ ਮੰਗ ਕੀਤੀ ਗਈ ਹੈ ਕਿ ਭਾਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਦੇ ਦੌਰਾਨ ਹੀ ਇਹ ਚੋਣਾਂ ਕਰਵਾਈਆਂ ਜਾਣ। ਮੈਂ ਕਮਿਸ਼ਨ ਨੂੰ ਦੁਬਾਰਾ ਮੰਗ ਕਰਦਾ ਕਿ ਬਿਨਾਂ ਪੈਰਾ ਮਿਲਟਰੀ ਫੋਰਸਸ ਦੇ ਫ੍ਰੀ ਐਂਡ ਫੇਅਰ ਇਲੈਕਸ਼ਨ ਪੰਜਾਬ ਦੇ ਵਿੱਚ ਸੋਚੀਆਂ ਨਹੀਂ ਜਾ ਸਕਦੀਆਂ। ਇਹ ਬਿਲਕੁਲ ਕਲੀਅਰ ਆ ਕਿ ਜੇ ਡੈਮੋਕ੍ਰੇਸੀ ਨੂੰ ਬਚਾਉਣਾ ਤੇ ਜਿਹੜਾ ਪਾਰਟੀਆਂ ਪਹਿਲਾਂ ਹੱਥ ਜੋੜਦੀਆਂ ਸੀ ਵੀ ਤੁਸੀਂ ਪਹਿਲਾਂ ਸਿਕਿਉਰਿਟੀ ਦਾ ਪ੍ਰਬੰਧ ਕਰ ਲਓ, ਸਾਰੇ ਪ੍ਰਬੰਧ ਕਰ ਲਓ, ਫਿਰ ਇਲੈਕਸ਼ਨ ਪ੍ਰੋਸੈਸ ਸ਼ੁਰੂ ਕਰਿਓ। ਅੱਜ ਤੁਹਾਡੇ ਸਾਹਮਣੇ ਆ ਕਿ ਪੁਰਾਣਾ ਹੀ ਜੇ ਇਤਿਹਾਸ ਤੁਸੀਂ ਕੱਢ ਕੇ ਦੇਖੋ, ਇਹੀ ਕੁਛ ਉਦੋਂ ਬਾਘੇ ਪੁਰਾਣੇ ਹੋਇਆ ਸੀ, ਇਹੀ ਕੁਛ ਉਦੋਂ ਮਖੂ ਜੀਰੇ ਹੋਇਆ ਸੀ, ਇਹੀ ਹੋਰ ਥਾਵਾਂ ਦੇ ਉੱਤੇ ਘਨੌਰ ਦੇ ਵਿੱਚ ਹੋਇਆ ਸੀ। ਉਹ ਸਾਰਾ ਰਿਕਾਰਡ ਅਸੀਂ ਕਮਿਸ਼ਨ ਨੂੰ ਪਹਿਲੇ ਦਿਨ ਹੀ ਚਿੱਠੀ ਦੇ ਨਾਲ ਭੇਜ ਦਿੱਤਾ ਸੀ ਵੀ ਇਹ ਕੁਝ ਪਿਛਲੀ ਵਾਰੀ ਹੋਇਆ ਸੀ। ਔਰ ਐਤਕੀ ਕਿਉਂਕਿ ਕਾਂਗਰਸ ਦੀ ਹਾਲਤ ਉਸ ਤੋਂ ਵੀ ਪਤਲੀ ਆ ਤੇ ਐਤਕੀ ਉਸ ਤੋਂ ਵੱਧ ਹੋਣ ਦੀ ਉਮੀਦ ਆ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਕੋਲ ਜ਼ੈਡ ਸਿਕਿਉਰਿਟੀ ਹੈ, ਐਸਡੀਐਮ ਜਲਾਲਾਬਾਦ ਤੋਂ ਟਾਈਮ ਲੈ ਕੇ ਅਕਾਲੀ ਵਰਕਰ ਕੈਂਡੀਡੇਟਸ ਦੇ ਨੋਮੀਨੇਸ਼ਨ ਫਾਈਲ ਕਰਾਉਣ ਲਈ ਜਾ ਰਹੇ ਨੇ। ਉੱਥੇ ਉਹਨਾਂ ਦੇ ਕਾਫਲੇ ਤੇ ਅਟੈਕ ਹੁੰਦਾ ਹੈ। ਅਸੀਂ ਅੱਜ ਆਲ ਪਾਰਟੀ ਮੀਟ